ਹਸਤ ਖੇਲਤ ਤੇਰੇ ਦਿਹੁਰੇ ਆਇਆ। ਅਗਲਾ ਚੈਪਟਰ। ਮਾਨਸਾ ਵਿਖੇ ਨੌਕਰੀ ਕਰਦੇ ਸਮੇਂ ਇੱਕ ਅੰਮ੍ਰਿਤਧਾਰੀ ਸਿੱਖ ਭਰਾ ਕਿਸੇ ਹੋਰ ਸ਼ਹਿਰ ਚੋਂ, ਹੋਰ ਦਫ਼ਤਰ ਚੋਂ ਬਦਲ ਕੇ ਸਾਡੇ ਦਫ਼ਤਰ ਵਿੱਚ ਆ ਕੇ ਹਾਜ਼ਰ ਹੋਇਆ। ਉਸਦੇ ਨੀਲੀ ਦਸਤਾਰ, ਸਫੈਦ ਕਮੀਜ਼ ਪਜਾਮਾ, ਬਾਹਰ ਤੋਂ ਉਹਨੇ ਬਾਹਰਲੇ ਪਾਸੇ 1.5 ਫੁੱਟ ਦੀ ਕੀਮਤੀ ਕਿਰਪਾਨ ਪਹਿਨੀ ਹੋਈ। ਦਰਸ਼ਨੀ ਸਿੰਘ ਵੇਖ ਕੇ ਮੇਰੀ ਤਾਂ ਰੂਹ ਖੁਸ਼ ਹੋ ਗਈ। ਜਦੋਂ ਮੈਂ ਪਹਿਲੀ ਵਾਰ ਉਸ ਨੂੰ ਮਿਲਿਆ ਤਾਂ ਫਤਿਹ ਦੀ ਸਾਂਝ ਕਰਨ ਤੋਂ ਬਾਅਦ ਮੈਂ ਉਸ ਨੂੰ ਬੇਨਤੀ ਕੀਤੀ ਕਿ ਆਓ ਢਾਬੇ 'ਤੇ ਚੱਲਦੇ ਹਾਂ, ਕੁਝ ਛਕ ਲਵੋ, ਕੁਝ ਤੁਹਾਡੀ ਸੇਵਾ ਹੋ ਜਾਵੇ। ਉਸਨੇ ਕਿਹਾ ਕਿ ਮੈਂ ਹਾਲੀ ਕਾਗਜ਼ੀ ਕਾਰਵਾਈ ਪੂਰੀ ਕਰਨੀ ਹੈ, ਇੱਥੇ ਹਾਜ਼ਰੀ ਲਗਵਾਉਣੀ ਹੈ। ਦੁਪਹਿਰ ਤੋਂ ਬਾਅਦ ਅੱਧੀ ਛੁੱਟੀ ਵੇਲੇ ਆਪਾਂ ਕੁਝ ਨਾ ਕੁਝ ਛਕ ਲਵਾਂਗੇ। 1 ਵਜੇ ਦੁਪਹਿਰ ਮੈਂ ਫਿਰ ਉਸ ਨੂੰ ਖੁਸ਼ੀ ਜਾ ਮਿਲਿਆ ਕਿ ਆਓ ਵੀਰ ਜੀ ਚੱਲੀਏ, ਕੁਝ ਛਕ ਆਈਏ। ਉਹ ਮੇਰੇ ਨਾਲ ਚੱਲ ਪਿਆ। ਅਸੀਂ ਨੇੜੇ ਦੇ ਢਾਬੇ ਅੱਗੇ ਗਏ ਹੀ ਸਾਂ ਕਿ ਉਸ ਵੀਰ ਨੇ ਮੈਨੂੰ ਆਖ ਦਿੱਤਾ, ਭਾਜੀ ਖਿਮਾ ਕਰਨਾ, ਮੈਂ ਢਾਬੇ ਦੀ ਕੋਈ ਚੀਜ਼ ਨਾ ਖਾਂਦਾ ਹਾਂ ਨਾ ਪੀਂਦਾ ਹਾਂ। ਮੇਰਾ ਕਿਰਾਏ 'ਤੇ ਲਿਆ ਇੱਕ ਛੋਟਾ ਜਿਹਾ ਕਮਰਾ ਸਾਡੇ ਦਫ਼ਤਰ ਦੇ ਨੇੜੇ ਹੀ ਸੀ। ਮੈਂ ਗੱਲੀਂ ਲਾ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਿਆ। ਉਸ ਨੂੰ ਬਿਠਾ ਕੇ ਮੈਂ ਚਾਹ ਦੀ ਤਿਆਰੀ ਕਰਨ ਹੀ ਲੱਗਾ ਸਾਂ ਕਿ ਵੀਰ ਜੀ ਨੇ ਫਿਰ ਹੁਕਮ ਸੁਣਾ ਦਿੱਤਾ, ਸਿੰਘ ਜੀ ਮੈਂ ਚਾਹ ਨਹੀਂ ਪੀਂਦਾ। ਉਸ ਤੋਂ ਬਾਅਦ ਜਿੰਨਾ ਕੁ ਦੁੱਧ ਮੇਰੇ ਕੋਲੇ ਪਿਆ ਸੀ ਮੈਂ ਉਸ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ 2 ਕੱਪ ਮਿੱਠਾ ਪਾ ਕੇ ਗਰਮ ਕਰਨ ਲੱਗਿਆ ਹੀ ਸਾਂ ਕਿ ਸਰਦਾਰ ਜੀ ਨੇ ਫਿਰ ਹੁਕਮ ਸਾਦਰ ਕਰ ਦਿੱਤਾ, ਭਾਜੀ ਮੈਂ ਦੁੱਧ ਵੀ ਨਹੀਂ ਪੀਂਦਾ। ਮੈਂ ਹੈਰਾਨੀ ਪਰੇਸ਼ਾਨੀ ਜਿਹੀ ਵਿੱਚ ਪੁੱਛਿਆ, ਵੀਰ ਜੀ ਤੁਸੀਂ ਫਿਰ ਕੀ ਪੀਂਦੇ ਹੋ, ਮੈਂ ਉਹ ਲਿਆ ਦੇਣਾ। ਆਖਣ ਲੱਗਾ, ਦਰਅਸਲ ਗੱਲ ਇਉਂ ਹੈ ਕਿ ਮੈਂ ਦੁੱਧ ਤਾਂ ਪੀ ਲੈਂਦਾ ਹਾਂ, ਪਰ ਸ਼ਰਤ ਇਹ ਹੈ ਕਿ ਦੁੱਧ ਚੋਣ ਵਾਲੇ ਸਿੰਘ ਜਾਂ ਸਿੰਘਣੀ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ। ਜਿਸ ਘਰੋਂ ਤੁਸੀਂ ਦੁੱਧ ਲਿਆਂਦਾ ਹੈ ਕੀ ਪਤਾ ਉਸ ਘਰ ਵਿੱਚ ਸੁੱਚਮ ਦਾ ਕਿੰਨਾ ਕੁ ਖਿਆਲ ਰੱਖਿਆ ਜਾਂਦਾ ਹੈ, ਉਹ ਪਰਿਵਾਰ ਅੰਮ੍ਰਿਤਧਾਰੀ ਹੈ ਕਿ ਨਹੀਂ ਹੈ। ਮੇਰੇ ਮਨ ਨੂੰ ਉਸ ਦੀਆਂ ਗੱਲਾਂ ਸੁਣ ਕੇ ਗਹਿਰਾ ਸਦਮਾ ਪਹੁੰਚਿਆ। ਉਸ ਦੀ ਬੇਥਵੀ ਦਲੀਲ ਸੁਣ ਕੇ ਮੈਂ ਫਿਰ ਇੱਕੋ ਸਾਹ ਸਾਰੀ ਭੜਾਸ ਕੱਢਦਿਆਂ ਇਉਂ ਅਗਨ-ਬਾਣ ਛੱਡ ਦਿੱਤੇ, ਮੇਰੇ ਪਿਆਰੇ ਵੀਰ ਤੂੰ ਜੂਨੀਅਰ ਇੰਜੀਨੀਅਰ ਦੀ ਵਧੀਆ ਪੋਸਟ 'ਤੇ ਲੱਗਿਆ ਹੋਇਆ ਹੈ, ਤੂੰ BSc ਪਾਸ ਕੀਤੀ ਹੋਈ ਹੈ। ਮੈਂ ਸਕਲ ਸੂਰਤ ਵੱਲੋਂ ਸਿੱਖ ਭਰਾ ਜਾਣ ਕੇ ਤੇਰਾ ਆਏ ਦਾ ਸਨਮਾਨ ਕਰਨਾ ਚਾਹਿਆ ਸੀ, ਵਰਨਾ ਸਾਡੀ ਕੋਈ ਆਪਸੀ ਰਿਸ਼ਤੇਦਾਰੀ ਨਹੀਂ ਹੈ। ਮੈਂ ਤੈਨੂੰ ਢਾਬੇ 'ਤੇ ਲੈ ਕੇ ਗਿਆ, ਉੱਥੇ ਵੀ ਤੂੰ ਮੈਨੂੰ ਨਿਰਾਸ਼ ਕੀਤਾ। ਹੁਣ ਧਿਆਨ ਨਾਲ ਸੁਣ ਲੈ, ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਨੇ ਦੁੱਧ ਚੋਇਆ ਹੋਵੇ ਤੂੰ ਉਸੇ ਦੀ ਵਰਤੋਂ ਕਰਦਾ ਹੈ, ਪਰ ਕਦੀ ਸੋਚਿਆ ਹੈ ਕਿ ਮੱਝ ਅਤੇ ਗਾਂ ਨੇ ਅੰਮ੍ਰਿਤ ਛਕਿਆ ਹੈ, ਤੂੰ ਉਹਨਾਂ ਨੂੰ ਅੰਮ੍ਰਿਤ ਛਕਾਉਣ ਦਾ ਕੋਈ ਪ੍ਰਬੰਧ ਕਰ ਸਕਦਾ ਹੈ? ਕੀ ਤੂੰ ਗਾਵਾਂ ਮੱਝਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਵੀ ਸਾਡੇ ਵਰਗੀਆਂ ਸਮਝੇਗਾ? ਉਹਨਾਂ ਦੇ ਕਛਹਿਰੇ, ਕੜੇ, ਕੰਘੇ, ਗਾਤਰੇ, ਕਿਰਪਾਨਾਂ ਪਵਾ ਸਕੇਗਾ? ਅੱਗੋਂ ਫਿਰ ਉਹ ਸੁੱਚਮ ਵਾਲੇ ਭੋਜਨ ਛਕਿਆ ਕਰਨਗੀਆਂ ਜਿਵੇਂ ਕਿ ਤੂੰ ਛਕਣਾ ਚਾਹੁੰਦਾ ਹੈ। ਫਿਰ ਦੁਕਾਨਾਂ ਤੋਂ ਘਿਓ, ਸ਼ੱਕਰ, ਖੰਡ, ਆਟਾ, ਦਾਲ, ਸਾਬਣ, ਤੇਲ ਜੋ ਸਮਾਨ ਵਿੱਚ ਘਰਾਂ ਵਿੱਚ ਵਰਤੀਦਾ ਉਸ ਨੂੰ ਵੀ ਅੰਮ੍ਰਿਤ ਛਕਾਉਣਾ ਪਵੇਗਾ। ਜੋ ਕੱਪੜੇ, ਬੂਟ, ਕੰਘੇ, ਕੜੇ, ਕਿਰਪਾਨਾਂ ਤੂੰ ਪਹਿਨੀਆਂ ਹੋਈਆਂ ਹਨ ਇਹਨਾਂ ਨੂੰ ਪਹਿਲਾਂ ਅੰਮ੍ਰਿਤ ਛਕਾ ਲੈ, ਤੇ ਫਿਰ ਜਿਹੜੇ ਇਹਨਾਂ ਨੂੰ ਬਣਾ ਕੇ ਤਿਆਰ ਕਰਦੇ ਨੇ ਕੀ ਉਹ ਸਾਰੇ ਅੰਮ੍ਰਿਤਧਾਰੀ ਨੇ? ਇਹ ਲੋਹੇ ਨੇ ਅਤੇ ਲੱਕੜ ਨੇ ਤਾਂ ਅੰਮ੍ਰਿਤ ਕਦੀ ਵੀ ਨਹੀਂ ਛਕਿਆ। ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬਣਾਉਣ ਵਾਲੇ ਅੰਮ੍ਰਿਤਧਾਰੀ ਨਹੀਂ ਹਨ, ਫਿਰ ਇਹਨਾਂ ਦੀ ਵਰਤੋਂ ਕਿਉਂ ਕਰਦਾ ਹੈ? ਜੇ ਸਰਕਾਰ ਦੀ ਤੂੰ ਨੌਕਰੀ ਕਰਕੇ ਤੂੰ ਆਪਣੇ ਤੇ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਆ ਰਿਹਾ ਹੈ, ਉਹ ਸਰਕਾਰ ਅੰਮ੍ਰਿਤਧਾਰੀ ਨਹੀਂ ਹੈ। ਜਿਸ ਧਰਤੀ ਵਿੱਚੋਂ ਸਾਰੇ ਪਦਾਰਥ ਸਾਨੂੰ ਪ੍ਰਾਪਤ ਹੁੰਦੇ ਹਨ, ਇਹ ਧਰਤੀ ਵੀ ਅੰਮ੍ਰਿਤਧਾਰੀ ਨਹੀਂ ਹੈ। ਹਵਾ ਤੇ ਪਾਣੀ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਭਾਗ ਹਨ। ਕੀ ਹਵਾ ਤੇ ਪਾਣੀ ਨੇ ਅੰਮ੍ਰਿਤ ਛਕਿਆ ਹੋਇਆ ਹੈ? ਕੀ ਸਾਰੇ ਮਨੁੱਖ ਅਤੇ ਜਾਨਵਰ ਇਸੇ ਹਵਾ ਵਿੱਚੋਂ ਸਾਹ ਲੈ ਕੇ ਆਪਣੀ ਜ਼ਿੰਦਗੀ ਨੂੰ ਨਹੀਂ ਚਲਾ ਰਹੇ? ਫਿਰ ਇੱਕ ਦੂਜੇ ਦੀ ਝੂਠੀ ਹਵਾ ਜਦੋਂ ਸਾਡੇ ਅੰਦਰ ਜਾਂਦੀ ਹੈ ਕਿ ਅਸੀਂ ਸਾਰੇ ਨਰਕਾਂ ਦੇ ਭਾਗੀ ਹੋ ਜਾਵਾਂਗੇ? ਕਦੀ ਸੋਚ ਕੇ ਤਾਂ ਵੇਖ ਲਓ, ਝੂਠੀ ਹਵਾ ਵਿੱਚ ਤੁਸੀਂ ਕਿਉਂ ਸਾਹ ਲੈਂਦੇ ਹੋ? ਫਿਰ ਉਹ ਅੰਦਰੋਂ ਅੰਦਰ ਵੱਟ ਖਾਂਦਾ ਰਿਹਾ, ਵਿਸ ਘੋਲਦਾ ਰਿਹਾ,
ਅਖੀਰ ਧੁਰਲੀ ਜਿਹੀ ਮਾਰ ਕੇ ਖੜਾ ਹੋ ਗਿਆ ਤੇ ਆਖਣ ਲੱਗਾ, ਤੂੰ ਘਰੇ ਬੁਲਾ ਕੇ ਮੇਰੀ ਬੇਇੱਜ਼ਤੀ ਕੀਤੀ ਹੈ, ਤੂੰ ਚੰਗਾ ਨਹੀਂ ਕੀਤਾ। ਮੈਂ ਕਿਹਾ, ਤੇਰਾ ਸਤਿਕਾਰ ਕਰਨ ਵਾਸਤੇ ਮੈਂ ਤੈਨੂੰ ਘਰ ਲਿਆਇਆ ਸੀ। ਮੇਰੇ ਘਰੋਂ ਕੁਝ ਵੀ ਨਾ ਖਾ ਪੀ ਕੇ ਤੂੰ ਸਗੋਂ ਮੇਰੀ ਬੇਇੱਜ਼ਤੀ ਕੀਤੀ ਹੈ। ਹੁਣ ਜਿੰਨੀ ਦੇਰ ਤੂੰ ਬੰਦਾ ਨਹੀਂ ਬਣਦਾ ਸਾਡੀ ਸਾਂਝ ਖਤਮ ਹੈ। ਮੈਨੂੰ ਤੇਰੇ ਵਰਗੇ ਬੰਦਿਆਂ ਦੀ ਲੋੜ ਨਹੀਂ ਹੈ ਜਿਹੜੇ ਇੰਨੇ ਪਖੰਡ 'ਚ ਉਲਝੇ ਹੋਏ ਨੇ, ਪੜ੍ਹ ਲਿਖ ਕੇ ਸਰਕਾਰੀ ਨੌਕਰੀ ਕਰਕੇ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨੂੰ ਮਿਲ ਕੇ ਵੀ ਤੈਨੂੰ ਅਜੇ ਤੱਕ ਅਕਲ ਨਹੀਂ ਆਈ ਕਿ ਇਹ ਅੰਮ੍ਰਿਤ ਦਾ ਭੂਤ ਤੇਰੇ ਤੇ ਕਿੱਥੋਂ ਸਵਾਰ ਹੋ ਗਿਆ। ਤੂੰ ਇਹਦੇ ਦੇ ਵਿੱਚ ਇੰਨਾ ਉਲਝ ਗਿਆ, ਸ਼ਾਇਦ ਬਾਹਮਣ ਪੁਜਾਰੀ ਵੀ ਆਪਣੇ ਕਰਮ ਕਾਂਡਾਂ 'ਚ ਇੰਨਾ ਉਲਝਿਆ ਹੋਇਆ ਨਹੀਂ ਸੀ। ਤੇ ਉਸ ਤੋਂ ਬਾਅਦ ਜਿਤਨੀ ਦੇਰ ਤੱਕ ਉਹ ਉਸ ਦਫ਼ਤਰ 'ਚ ਰਿਹਾ, ਅਸੀਂ ਭਾਵੇਂ ਡਿਊਟੀ ਇੱਕੋ ਦਫ਼ਤਰ 'ਚ ਕੀਤੀ, ਪਰ ਜਦੋਂ ਉਹ ਮੇਰੇ ਸਾਹਮਣੇ ਆਉਂਦਾ ਸੀ ਤਾਂ ਉਹ ਮੈਨੂੰ ਵੇਖ ਕੇ ਪਰੇ ਟਲ ਜਾਂਦਾ ਸੀ। ਜੇ ਕਿਤੇ ਉਹ ਆਪਣੇ ਦਫ਼ਤਰ 'ਚ ਬੈਠਾ ਹੁੰਦਾ ਤੇ ਮੈਂ ਪਾਸੇ ਟਲ ਜਾਂਦਾ ਸੀ। ਤੇ ਸਾਡੀ ਮੁੜ ਕੇ ਤਕਰੀਬਨ 2 ਸਾਲ ਤੱਕ ਆਪਸ 'ਚ ਬੋਲ ਚਾਲ ਵੀ ਨਹੀਂ ਹੋਈ। ਤੇ ਇਹ ਹੈ ਸਾਡੇ ਅੰਮ੍ਰਿਤਧਾਰੀਆਂ ਦਾ ਆਤਮਿਕ ਬਣਤਰ, ਉਹਨਾਂ ਦਾ ਸੁਭਾਅ ਤੇ ਉਹਨਾਂ ਦੀ ਅਕਲ, ਜਿਹਦਾ ਪਹਿਰਾਵਾ ਵੇਖ ਕੇ ਅਸੀਂ ਕਹਿੰਦੇ ਹਾਂ ਕਿ ਇਹ ਗੁਰੂ ਕਾ ਲਾਡਲਾ ਸਿੱਖ ਹੈ, ਇਹ ਗੁਰੂ का बेटा है, इन्हें गुरु का पहरावा पाया होया है, ये गुरु का पुत्र है। पहरावा देख के असी बहुत अंदाजे ला लें हाँ, पर ਉਹਦੇ अंदर ਤਾਂ ਹਾਲੀ अकल ਦਾ ਖਾਨਾ खुलिया ही नहीं ਹੁੰਦਾ। ਇਹ 'ਤੇ ਤਾਂ ਮੇਰਾ ਖਿਆਲ ਹੈ ਬਹੁਤ ਜ਼ਿਆਦਾ ਅਫਸੋਸ ਕਰਨਾ ਬਣਦਾ ਸਾਨੂੰ। ਇਹੋ ਜਿਹੀ ਹਾਲਤ ਸਾਡੀ ਚਾਰੇ ਪਾਸੇ ਹੋਈ ਹੈ। ਆਖੋ ਸਤਨਾਮ।